ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾਂ। ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ। ਸੰਤ ਪ੍ਰਸਾਦ ਹਰ ਨਾਮ ਤੇ ਆਇਆ। ਸਰਬ ਕੁਸ਼ਲ ਤਬ ਥੀਆ। ਸੰਤਨ ਬਿਨ ਅਵਰ ਨ ਦਾਤਾ ਬੀਆ। ਜੋ ਜੋ ਸ਼ਰਨ ਪਰੈ ਸਾਧੂ ਕੀ। ਸੋ ਪਾਰ ਗ੍ਰਾਮੀ ਕੀਆ ਰਹਾਓ। ਕੋਟ ਪਰਾਧ ਮਿਟੈ ਜਨ ਸੇਵਾ। ਹਰ ਕੀਰਤਨ ਰਸ ਗਾਈਐ। ਇਹਾਂ ਸੁਖ ਆਗੈ ਮੁਖ ਉਜਲ। ਜਨ ਕਾ ਸੰਗ ਵਡ ਭਾਗੀ ਪਾਈਐ। ਰਸਨਾ ਏਕ ਅਨੇਕ ਗੁਣ ਪੂਰਨ। ਜਨ ਕੀ ਕੇਤਕ ਉਪਮਾ ਕਹੀਐ। ਅਗੰਮ ਅਗੋਚਰ ਸਦ ਅਬਨਾਸ਼ੀ। ਸ਼ਰਨ ਸੰਤਨ ਕੀ ਲਹੀਐ। ਨਿਰਗੁਣ ਨੀਚ ਅਨਾਥ ਅਪਰਾਧੀ। ਓਟ ਸੰਤਨ ਕੀ ਆਹੀ। ਬੂਡਤ ਮੋਹ ਗ੍ਰਹਿ ਅੰਧਕੂਪ ਮਹੈ। ਨਾਨਕ ਲਿਹੋ ਨਿਬਾਹੀ। ਬੂਡਤ ਮੋਹ ਗ੍ਰਹਿ ਅੰਧਕੂਪ ਮਹੈ। ਨਾਨਕ ਲਿਹੋ ਨਿਬਾਹੀ। ਗੁਰੂ ਗਰੀਬ ਨਿਵਾਸ। ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਔਰ ਆਪੋ ਆਪਣੇ ਘਰਾਂ ਦੇ ਵਿੱਚ ਸਤਿਗੁਰਾਂ ਜੀ ਦੇ ਪਾਵਨ ਉਪਦੇਸ਼ਾਂ ਦੇ ਨਾਲ ਜੁੜ ਮਿਲ ਬੈਠੇ ਸਤਿਕਾਰਯੋਗ ਸਤਸੰਗੀ ਜਨੋ, ਆਓ ਸਤਿਗੁਰਾਂ ਜੀ ਦੇ ਸੋਹਣੇ ਉਪਦੇਸ਼ਾਂ ਦੇ ਨਾਲ ਸਾਂਝ ਪਾਉਣ ਦਾ ਯਤਨ ਕਰੀਏ। ਤੇ ਅੱਜ ਦੇ ਪਾਵਨ ਉਪਦੇਸ਼ ਦੇ ਵਿੱਚ ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ ਪੰਚਮ ਗੁਰਦੇਵ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਆਪਾਂ ਨੇ ਪਾਠ ਰੂਪ ਵਿੱਚ ਸ਼ਰਵਣ ਕੀਤਾ ਹੈ। ਇਸ ਪਾਵਨ ਸ਼ਬਦ ਦੇ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਗੁਰੂ ਦਰਬਾਰ ਦੀ ਮਰਿਆਦਾ ਨਿਭਾ ਲਈਏ। ਜਿੰਨੀਆਂ ਵੀ ਸੰਗਤਾਂ ਜੁੜ ਮਿਲ ਬੈਠੀਆਂ ਨੇ
ਘਰਾਂ ਦੇ ਵਿੱਚ ਸ਼ਰਵਣ ਕਰ ਰਹੀਆਂ ਨੇ। ਲਵਾਓ ਹਾਜ਼ਰੀ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਇੱਕੇ ਵਾਰ ਕਹਿਣ 'ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪਾਵਨ ਸ਼ਬਦ ਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਗੁਰੂ ਦੀ ਮਹਾਨਤਾ ਦਰਸਾਉਂਦੇ ਨੇ ਕਿ ਮਨੁੱਖ ਦੇ ਜੀਵਨ ਦੇ ਵਿੱਚ ਸਿਰਫ ਤੇ ਸਿਰਫ ਗੁਰੂ ਦਾ ਹੀ ਓਟ ਆਸਰਾ ਹੋਣਾ ਚਾਹੀਦਾ। ਉਹਦੇ ਬਿਨਾਂ ਦੂਜੀ ਕੋਈ ਵੀ ਸ਼ਕਤੀ ਨਹੀਂ ਹੈ ਜੋ ਕਿ ਮਨੁੱਖ ਨੂੰ ਸ਼ਾਂਤ ਚਿੱਤ ਕਰ ਸਕੇ। ਅਨੇਕਾਂ ਨਾਵਾਂ ਦੇ ਨਾਲ ਸਤਿਗੁਰੂ ਜੀ ਗੁਰੂ ਨੂੰ ਇੱਥੇ ਸੰਬੋਧਨ ਕਰਕੇ ਸਾਡੇ ਸਾਹਮਣੇ ਰੱਖਦੇ ਨੇ। ਤੇ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਅਨੇਕਾਂ ਨਾਵਾਂ ਦੇ ਨਾਲ ਜਦੋਂ ਗੁਰੂ ਨੂੰ ਸਾਡੇ ਸਾਹਮਣੇ ਰੱਖਿਆ, ਕਦੇ ਸਾਧੂ ਕਦੇ ਸੰਤ, ਤੇ ਉਹ ਬਚਨ ਵਰਤੇ ਗੁਰੂ ਦੇ ਲਈ ਗਏ ਨੇ। ਪਰ ਜਦੋਂ ਅਸੀਂ ਆਪਣੇ ਹਿਸਾਬ ਦੇ ਨਾਲ ਅਰਥ ਕਰਦੇ ਹਾਂ ਤਾਂ ਇਹਨਾਂ ਦੇ ਅਨਰਥ ਹੋ ਬੈਠਦੇ ਨੇ। ਕਿਉਂਕਿ ਗੁਰਬਾਣੀ ਦੇ ਵਿੱਚ ਹਰੇਕ ਗੱਲ ਦਾ ਜਵਾਬ ਮਿਲਿਆ ਹੋਇਆ ਹੈ ਵੀ ਸੰਤ ਕੌਣ ਹੈ ਅਤੇ ਸਾਧੂ ਕੌਣ ਹੈ। ਹੁਣ ਇਹ ਜਿਹੜਾ ਪਾਵਨ ਸ਼ਬਦ ਆ, ਇਹਦੇ ਵਿੱਚ ਜੋ ਗੱਲ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਕੀਤੀ ਹੈ ਵੀ ਜਦੋਂ ਗੁਰੂ ਸੰਤ ਦੇ ਨਾਲ ਜੁੜਿਆ ਜਾਵੇ ਨਾ ਤਾਂ ਜੀਵਨ ਸੋਹਣਾ ਬਣਦਾ ਹੈ। ਰਹਾਉ ਵਾਲਾ ਬੰਦ ਸਮਝਿਓ। ਕਹਿੰਦੇ ਸੰਤਨ ਬਿਨ ਅਵਰ ਨਾ ਦਾਤਾ ਬੀਆ। ਹੇ ਭਾਈ, ਸੰਤਨ ਤੋਂ ਬਿਨਾ ਹੋਰ ਕੋਈ ਵੀ ਦਾਤਾ ਨਹੀਂ ਹੈ। ਇੱਕ ਸੰਤ ਤੋਂ ਬਿਨਾ ਹੋਰ ਕੋਈ ਵੀ ਦਾਤਾ ਨਹੀਂ ਹੈ। ਹੁਣ ਸਾਰੀ ਇਹ ਵਿਆਖਿਆ ਸਾਨੂੰ ਸਮਝਣੀ ਪੈਣੀ ਹੈ। ਇੱਕ ਲੜੀ ਦੇ ਵਿੱਚ ਅਰਥਾਂ ਨੂੰ ਸਮਝਣਾ ਪੈਣਾ ਹੈ। ਜਦੋਂ ਤਾਂ ਅਸੀਂ ਗੱਲ ਕਰਾਂਗੇ ਦੁਨਿਆਵੀ ਬਣੇ ਹੋਏ ਸੰਤਾਂ ਦੀ, ਤਾਂ ਉਹਨਾਂ ਦੀ ਤਾਂ ਕੋਈ ਗਿਣਤੀ ਨਹੀਂ ਹੈ। ਪਤਾ ਨਹੀਂ ਕਿੰਨੇ ਕੁ ਨੇ, ਬੜੇ ਨੇ ਤੇ ਬਹੁਤ ਨੇ। ਬਹੁਤ ਲੋਕ ਸੰਤ ਆਪਣੇ ਆਪ ਨੂੰ ਬਣਾ ਕੇ ਬੈਠ ਗਏ। ਛੋਟੇ ਛੋਟੇ ਬੜੇ ਦਾ ਸਿੱਖ ਧਰਮ ਦੇ ਵਿੱਚ ਬੱਚੇ ਪੈਦਾ ਹੋ ਗਏ, ਉਹਨਾਂ ਦੇ ਨਾਂ ਅੱਗੇ ਸੰਤ ਲਾਤਾ। ਕਿਸੇ ਬਾਬੇ ਮਰਨ ਤੋਂ ਬਾਅਦ ਜਿਹਨੂੰ ਗੱਦੀ ਮਿਲ ਗਈ ਉਹ ਸੰਤ ਬਣ ਕੇ ਬਹਿ ਗਿਆ। ਅਨੇਕਾਂ ਹੀ
ਤੇ ਸਾਡਾ ਵੀ ਥੋੜ੍ਹਾ ਜਿਹਾ ਸੁਭਾਅ ਹੋ ਗਿਆ, ਹਰੇਕ ਨੂੰ ਜਿਹੜਾ ਧਰਮੀ ਜਾਂ ਲਿਬਾਸ ਦਾ ਵੇਖਦੇ ਹਾਂ ਅਸੀਂ ਸੰਤ ਕਹਿ ਕੇ ਬੁਲਾਉਂਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੂੰ ਜਦੋਂ ਅਸੀਂ ਸਮਝਾਂਗੇ ਨਾ, ਤਾਂ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਬੜਾ ਪਾਵਨ ਬਚਨ ਸਾਡੇ ਸਾਹਮਣੇ ਰੱਖਿਆ। ਸਾਰੰਗ ਰਾਗ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਆਖਦੇ ਨੇ, ਕਹਿੰਦੇ ਸਤਿਗੁਰ ਸੰਤ ਮਿਲੈ ਸ਼ਾਂਤ ਪਾਈਐ। ਕਿਹੜਾ ਸੰਤ ਮਿਲੇ? ਜੇ ਸਤਿਗੁਰੂ ਸੰਤ ਮਿਲੇ ਤਾਂ ਸ਼ਾਂਤੀ ਅੰਦਰ ਆਉਂਦੀ ਹੈ। ਇਹਦਾ ਮਤਲਬ ਸਤਿਗੁਰੂ ਨੂੰ ਸ਼ਾਂਤ ਕਿਹਾ ਗਿਆ ਹੈ ਨਾ। ਗੁਰਬਾਣੀ ਦੇ ਵਿੱਚ ਸੰਤ ਗੁਰੂ ਦੇ ਲਈ ਵਰਤਿਆ ਗਿਆ ਹੈ। ਸਾਧੂ ਸਤਿਗੁਰ ਗੁਰਬਾਣੀ ਦੇ ਵਿੱਚ ਉਹ ਵੀ ਮਿਲਦਾ ਹੈ। ਸਾਧੂ ਵੀ ਗੁਰੂ ਹੈ, ਸੰਤ ਵੀ ਗੁਰੂ ਹੈ। ਜਦੋਂ ਸਿਰਫ ਤੇ ਸਿਰਫ ਗੁਰੂ ਨੂੰ ਅਸੀਂ ਸੁਰਤ ਵਿੱਚ ਰੱਖਾਂਗੇ ਨਾ, ਤਾਂ ਸਾਰੇ ਬਾਣੀ ਦੇ ਅਰਥ ਵਧੀਆ ਹੋਣਗੇ। ਪਹਿਲਾਂ ਇਹ ਜਿਹੜਾ ਫਾਰਮੂਲਾ ਯਾਦ ਰੱਖੀ ਵੀ ਇੱਥੋਂ ਵਿਆਖਿਆ ਹੋਵੇਗੀ। ਜਦੋਂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਸਾਰੰਗ ਰਾਗ ਦੇ ਵਿੱਚ ਕਿਹਾ ਵੀ ਸਤਿਗੁਰ ਸੰਤ ਮਿਲੈ ਸ਼ਾਂਤ ਪਾਈਐ, ਕਿਲ ਵਿਖ ਦੁੱਖ ਕਾਟੇ ਸਭ ਦੂਰ। ਜਦੋਂ ਗੁਰੂ ਸੰਤ ਮਿਲ ਪੈਂਦਾ ਏ ਤਦੋਂ ਆਤਮਿਕ ਠੰਡ ਪ੍ਰਾਪਤ ਹੋ ਜਾਂਦੀ ਹੈ। ਗੁਰੂ ਮਨੁੱਖ ਦੇ ਸਾਰੇ ਪਾਪ ਸਾਰੇ ਦੁੱਖ ਕੱਟ ਕੇ ਦੂਰ ਕਰ ਦਿੰਦਾ ਏ। ਇਹ ਵਿਆਖਿਆ ਹੋ ਗਈ ਸੰਤ ਦੀ। ਗੁਰੂ ਸੰਤ ਬੰਦੇ ਦੇ ਸਾਰੇ ਦੁੱਖ ਕੱਟ ਦਿੰਦਾ ਹੈ, ਮਨੁੱਖ ਦੇ ਕਿਲ ਵਿਖ ਦੂਰ ਕਰ ਦਿੰਦਾ ਹੈ। ਤੇ ਜਿਹੜਾ ਆਪਾਂ ਪਾਵਨ ਸ਼ਬਦ ਅੱਜ ਵਿਚਾਰ ਰਹੇ ਹਾਂ, ਇਹ ਵੇਖੋ ਧਿਆਨ ਦੇ ਨਾਲ, ਕਹਿੰਦੇ ਵੀ ਸੰਤਨ ਬਿਨ ਅਵਰ ਨਾ ਦਾਤਾ ਬੀਆ। ਸੰਤਨ ਤੋਂ ਬਿਨਾ, ਸੰਤ ਤੋਂ ਬਿਨਾ ਕੋਈ ਦਾਤਾ ਹੋਰ ਨਹੀਂ ਹੈ। ਤਾਂ ਮਤਲਬ ਗੁਰੂ ਦੀ ਗੱਲ ਹੋ ਰਹੀ ਹੈ ਨਾ। ਗੁਰੂ ਤੋਂ ਬਿਨਾ ਹੋਰ ਕੋਈ ਦਾਤਾ ਨਹੀਂ ਹੈ। ਤੇ ਗੁਰੂ ਦਾਤ ਕਾਹਦੀ ਦਿੰਦਾ ਹੈ? ਗੁਰੂ ਦਾਤ ਦਿੰਦਾ ਹੈ ਨਾਮ ਦੀ। ਤਾਂ ਗੁਰਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਸੰਤ ਤੋਂ ਬਿਨਾ ਹੋਰ ਕੋਈ ਵੀ ਦਾਤਾ ਨਹੀਂ ਹੈ ਤੁਹਾਨੂੰ ਜਿਹੜਾ ਨਾਮ ਦੀ ਦਾਤ ਦੇ ਸਕੇ। ਉਹਨੇ ਪਾਵਨ ਗੁਰਬਾਣੀ ਦੇ ਬੋਲ ਨੇ, ਕੋਈ ਆਪਣੇ ਕੋਲੋਂ ਨਹੀਂ ਹੈ। ਸੰਤਨ ਬਿਨ ਅਵਰ ਨਾ ਦਾਤਾ ਬੀਆ। ਬੀਆ ਦਾ ਮਤਲਬ ਹੁੰਦਾ ਦੂਜਾ। ਦੂਜਾ ਕੋਈ ਵੀ ਹੋਰ ਸੰਤ ਨਹੀਂ ਹੈ ਜੋ ਪ੍ਰਮਾਤਮਾ ਦਾ ਨਾਮ ਦੇ ਸਕੇ, ਨਾਮ ਦੀ ਦਾਤ ਦੇ ਸਕੇ। ਇੱਥੇ ਆਇਆ ਸੰਤਨ ਬਿਨ। ਬਿਨ ਮਤਲਬ ਬਿਨਾ ਉਹ ਤੋਂ ਨੰਨੇ ਨੂੰ ਔਂਕੜ ਲੱਗੀ ਹੋਈ ਹੈ। ਤਾਂ ਜਿਹੜਾ ਸੰਤਨ ਵਾਲੀ ਔਂਕੜ ਆ ਨੰਨੇ ਨੂੰ ਲੱਗ ਗਈ। ਬਚਨ ਇੱਕ ਦੇ ਵਿੱਚ ਹੀ ਗੱਲ ਹੋ ਰਹੀ ਹੈ, ਇੱਕ ਬਚਨ ਦੀ ਗੱਲ ਹੋ ਰਹੀ ਹੈ। ਮਾਤਰਾ ਨੰਨੇ ਨੂੰ ਲਾ ਦਿੱਤੀ। ਬਿਨ ਆਪਣੇ ਆਪ ਦੇ ਵਿੱਚ ਕੋਈ ਵੀ ਨਾਉਨ ਨਹੀਂ ਹੈ। ਤਾਂ ਉਹ ਜੋ ਸੰਤਨ ਵਾਲੀ ਔਂਕੜ ਆ ਨਾ, ਉਹ ਬਿਨ ਨੂੰ ਲੱਗ ਚੁੱਕੀ ਹੈ। ਇੱਕ ਬਚਨ ਦੀ ਗੱਲ ਹੋ ਰਹੀ ਹੈ, ਇੱਕੋ ਇੱਕ ਸੰਤ ਦੀ ਗੱਲ ਹੋ ਰਹੀ ਹੈ, ਗੁਰੂ ਸੰਤ ਦੀ ਗੱਲ। ਹੁਣ ਅਗਲੀ ਪੰਕਤੀ ਪੜ੍ਹਿਓ। ਕਹਿੰਦੇ ਸੰਤਨ ਬਿਨ ਅਵਰ ਨਾ ਦਾਤਾ ਬੀਆ। ਸੰਤ ਜਨਾਂ ਤੋਂ ਬਿਨਾਂ ਪ੍ਰਮਾਤਮਾ ਦੇ ਨਾਮ ਦੀ ਦਿਆਤ ਦੇਣ ਵਾਲਾ ਕੋਈ ਨਹੀਂ ਹੈ। ਅੱਗੇ ਦੇਖੋ, ਜੋ ਜੋ ਸ਼ਰਨ ਪਰੈ ਸਾਧੂ ਕੀ। ਹੁਣ ਇੱਥੇ ਲਫ਼ਜ਼ ਵਰਤ ਦਿੱਤਾ ਸਾਧੂ, ਪਹਿਲਾਂ ਸੰਤ ਵਰਤਿਆ। ਜੋ ਜੋ ਸ਼ਰਨ ਪਰੈ ਸਾਧੂ ਕੀ, ਸੋ ਪਾਰ ਗ੍ਰਾਮੀ ਕੀਆ। ਜੋ ਵੀ ਗੁਰੂ ਦੀ ਸੰਤ ਦੀ ਸ਼ਰਨ ਪੈਂਦਾ ਹੈ ਨਾ, ਪਾਰਗ੍ਰਾਮੀ ਕੀਆ, ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਂਦਾ ਹੈ। ਦੋਵੇਂ ਸ਼ਬਦ ਆ ਗਏ ਤੇ ਸੰਤ ਵੀ ਆ ਗਿਆ, ਸਾਧੂ ਵੀ ਆ ਗਿਆ। ਸਾਧੂ ਵੀ ਆ ਗਿਆ ਤੇ ਸੰਤ ਵੀ ਆ ਗਿਆ। ਪ੍ਰਮਾਤਮਾ ਦਾ ਸੰਤ ਕੌਣ ਆ? ਗੁਰੂ। ਪ੍ਰਮਾਤਮਾ ਦਾ ਸਾਧੂ ਕੌਣ ਆ? ਗੁਰੂ। ਤੇ ਜੇ ਅਸੀਂ ਦੁਨਿਆਵੀ ਹਿਸਾਬ ਦੇ ਨਾਲ ਗੱਲਾਂ ਕਰਾਂਗੇ ਫਿਰ ਤਾਂ ਇੱਥੇ ਪਤਾ ਨਹੀਂ ਕਿੰਨੇ ਕੁ ਸੰਤ ਪੈਦਾ ਹੋਏ ਪਏ ਨੇ। ਇੰਨੇ ਇੱਥੇ ਪਿੰਡ ਨਹੀਂ ਜਿੰਨੇ ਸੰਤ ਬਣੇ ਬੈਠੇ ਨੇ। ਜੰਮਦਾ ਬੰਦਾ ਸੰਤ ਆਪਣੇ ਨਾਮ ਅੱਗੇ ਲਿਖਵਾ ਲੈਂਦਾ। ਬੜਾ ਕੁਛ ਇੱਥੇ ਡਿਗਰੀਆਂ ਲਵਾਈ ਫਿਰਦੇ ਨੇ ਨਾਮਾਂ ਅੱਗੇ। ਇੱਥੇ ਗੁਰਬਾਣੀ ਕਹਿ ਰਹੀ ਹੈ ਵੀ ਸੰਤ ਤੋਂ ਬਿਨਾਂ ਕੋਈ ਦੂਜਾ ਨਹੀਂ। ਹੁਣ ਇਹ ਨਿਰਣਾ ਕਿਵੇਂ ਕਰੀਏ ਵੀ ਕਿਹੜੇ ਸੰਤ ਦੀ ਗੱਲ ਹੋ ਰਹੀ ਹੈ? ਸੰਸਾਰ ਦੇ ਵਿੱਚ ਤਾਂ ਬਹੁਤ ਨੇ, ਅਨੇਕਾਂ ਨੇ। ਹਰੇਕ ਪਿੰਡ 'ਚ ਕੋਈ ਨਾ ਕੋਈ ਤਾਂ ਬਣੇ ਹੀ ਬੈਠਾ ਹੈ, ਬਹੁਤ ਜ਼ਿਆਦਾ ਨੇ।
ਆਪਾਂ ਨਿਰਣਾ ਕਿਵੇਂ ਕਰ ਸਕਾਂ ਜੀ ਵੀ ਕਿਹੜੇ ਸੰਤ ਦੀ ਗੱਲ ਹੋ ਰਹੀ ਹੈ? ਹਰੇਕ ਦਾ ਆਪੋ ਆਪਣਾ ਸੰਤ ਹੈ, ਕੋਈ ਕਿੱਥੇ ਜਾਂਦਾ, ਕੋਈ ਕਿੱਥੇ ਜਾਂਦਾ, ਕੋਈ ਕਿੱਥੇ ਜਾਂਦਾ, ਕਿਸੇ ਦੀ ਵਿਚਾਰਧਾਰਾ ਨਹੀਂ ਮਿਲਦੀ। ਇਹ ਤਾਂ ਫਾੜ ਖੜਾ ਹੋ ਗਿਆ। ਮੰਨੀਏ ਕਿਹੜੇ ਸੰਤ ਨੂੰ ਫਿਰ ਅਸੀਂ? ਕਿਉਂ ਨਾ ਹੋਵੇ ਸੰਤ ਦੀ ਅਸਲ ਵਿਆਖਿਆ ਸਮਝ ਕੇ ਅਸੀਂ ਇਸ ਪਾਵਨ ਸ਼ਬਦ ਦੀ ਵਿਚਾਰ ਨੂੰ ਸਮਝੀਏ। ਗੁਰੂ ਸੰਤ, ਸਾਧੂ ਸੰਤ ਸਿਰਫ ਤੇ ਸਿਰਫ ਗੁਰੂ ਨੂੰ ਕਿਹਾ ਗਿਆ। ਤੇ ਜਦੋਂ ਗੁਰੂ ਸੁਰਤ ਵਿੱਚ ਹੋਵੇਗਾ ਨਾ ਤਾਂ ਸਾਰੇ ਪਾਰ ਉਤਾਰੇ ਹੋ ਜਾਣਗੇ, ਕਿਉਂਕਿ ਆਹ ਗੁਣ ਤਾਂ ਗੁਰੂ ਕੋਲ ਨੇ, ਜਿਹੜਾ ਸਾਨੂੰ ਸੰਸਾਰ ਸਮੁੰਦਰ ਤੋਂ ਪਾਰ ਲਗਾਉਂਦਾ ਹੈ, ਜਿਹੜਾ ਸਾਡੇ ਵਿੱਚ ਨਾਮ ਵਸਾਉਂਦਾ, ਤਾਂ ਗੁਣ ਗੁਰੂ ਦੇ ਨੇ। ਇਹਦਾ ਮਤਲਬ ਧੋਖਾ ਹੋਇਆ ਨਾ ਗੁਰੂ ਦੇ ਦਾਂ 'ਤੇ। ਤਾਰਨਾ ਗੁਰਬਾਣੀ ਨੇ ਸੀ, ਤਾਰਨਾ ਗੁਰੂ ਸੰਤ ਨੇ ਸੀ। ਅਸੀਂ ਕਿਹਦੇ ਨਾਲ ਜੁੜ ਗਏ? ਹੱਡ ਚੰਮ ਵਾਲੇ ਸੰਤ ਦੇ ਨਾਲ। ਉਹਨਾਂ ਲਈ ਤਾਂ ਗੁਰਬਾਣੀ ਦੇ ਵਿੱਚ ਬੜੇ ਵਾਰ ਅਸੀਂ ਪਾਵਨ ਸ਼ਬਦ ਪੜ੍ਹੇ ਨੇ। ਉਹ ਕਹਿੰਦੇ ਜਿਹੜਾ ਆਹ ਲਿਬਾਸ ਜੇ ਪਾ ਕੇ ਆਉਂਦਾ ਹੈ ਨਾ, ਗੱਜ 3.5 ਤੈ ਧੋਤੀਆਂ ਤੇਰੇ ਪਾਇਣ ਤੱਗ ਲੋਟੇ, ਜਿਹੜੇ ਸਤਿਗੁਰੂ ਕਹਿੰਦੇ ਨੇ ਵੀ ਜਿਹੜੇ ਆਪਣੇ ਪਾ ਪਾ ਕੇ ਧਾਗੇ ਆਉਂਦੇ ਨੇ, ਤੀਰੇ ਤੀਰੇ ਕਰਕੇ ਧਾਗੇ ਪਾਏ ਹੋਏ ਨੇ, ਗੱਜ 3.5 ਤੈ ਧੋਤੀਆਂ ਤੇਹਰੇ ਪਾਇਣ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ, ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ। ਉਹ ਠੱਗ ਕਹੇ ਜਾ ਸਕਦੇ ਨੇ। ਉਹ ਲਿਬਾਸ ਪਾ ਕੇ ਆਏ ਨੇ ਤੁਹਾਡੇ ਸਾਹਮਣੇ, ਧਰਮੀਆਂ ਦੇ ਆਏ ਲੁੱਟਣ ਨੇ, ਲੁੱਟਣ ਆਏ ਨੇ। ਜਿੱਦਣ ਸਾਡੀ ਸੁਰਤ ਦੇ ਵਿੱਚ ਗੱਲ ਪਤਾ ਲੱਗ ਗਈ ਨਾ, ਸਾਨੂੰ ਸਮਝ ਆ ਗਈ, ਸਾਨੂੰ ਉਹਨਾਂ ਦਾ ਪਤਾ ਲੱਗ ਜਾਣਾ ਵੀ ਹੈ ਲੁੱਟਦੇ ਹੀ ਨੇ, ਸਾਨੂੰ ਲੁੱਟਦੇ ਹੀ ਨੇ ਜਿਹਨੇ ਸੰਤ ਇੱਥੇ ਬਣੇ ਬੈਠੇ ਨੇ। ਤੁਸੀਂ ਹੋਰ ਬੜੀ ਕਮਾਲ ਦੀ ਗੱਲ ਵੇਖਿਓ, ਬਹੁਤੇ ਵੀਰ ਪੜ੍ਹਨ ਦੇ ਵੱਲ ਰੁਚੀ ਰੱਖਦੇ ਨੇ, ਵੀਰਾਂ ਭੈਣਾਂ। 1947 ਤੋਂ ਪਹਿਲਾਂ ਕੋਈ ਵੀ ਨਾਮ ਇਹੋ ਜਿਹਾ ਸਾਹਮਣੇ ਲਿਆਓ ਜਿਹਦੇ ਅੱਗੇ ਸੰਤ ਲੱਗਦਾ ਹੋਵੇ। 1947 ਜਿੰਨਾ ਆ ਕੋੜ ਸਿੱਖ ਧਰਮ ਦੇ ਵਿੱਚ ਪੈਦਾ ਹੋਇਆ ਨਾ, 47 ਤੋਂ ਬਾਅਦ ਹੋਇਆ ਹੈ। ਅੱਜ ਵਾਲੇ ਕੋਈ ਜਿਹੜੇ ਬਾਬੇ ਸੰਤ ਬਣੇ ਬੈਠੇ ਨੇ, ਕੋਈ ਮਾਇਨੇ ਥੋੜ੍ਹੀ ਰੱਖਦੇ ਨੇ ਜ਼ਿਆਦਾ ਵੀ ਕਿੱਡੀ ਕੁ ਕੁਰਬਾਨੀ ਹੈ ਉਹਨਾਂ ਦੀ। ਕਿਸੇ ਬਾਬੇ ਦਾ, ਸਾਧੜੇ ਦਾ ਨਾਮ ਲੈਣਾ, ਫਲਾਣੇ ਸੰਤ, ਫਲਾਣੇ ਵਾਲੇ ਸੰਤ ਜੀ। ਕਦੇ ਭਾਈ ਤਾਰੂ ਸਿੰਘ ਨੂੰ ਸੰਤ ਕਹਿ ਕੇ ਵੇਖਿਆ? ਕਦੇ ਭਾਈ ਮਤੀ ਦਾਸ ਨੂੰ ਸੰਤ ਕਹਿ ਕੇ ਵੇਖਿਆ? ਕਦੇ ਬਾਬਾ ਦੀਪ ਸਿੰਘ ਨੂੰ ਸੰਤ ਕਿਹਾ? ਉਹਨਾਂ ਨਾਲੋਂ ਤਾਂ ਨਹੀਂ ਨਾ ਵੱਡੀ ਕੁਰਬਾਨੀ। ਜਿੰਨਾ ਇਤਿਹਾਸ ਪੜ੍ਹੋਗੇ ਸਾਰਿਆਂ ਦੇ ਨਾਮ ਅੱਗੇ ਭਾਈ ਜ਼ਰੂਰ ਲੱਗਿਆ ਹੋਵੇਗਾ, ਸੰਤ ਨਹੀਂ ਕਿਸੇ ਅੱਗੇ ਮਿਲੇਗਾ ਤੁਹਾਨੂੰ। ਤੇ ਜਿੱਦਣ ਆ ਵਿਚਾਰਧਾਰਾ ਨੂੰ ਸਮਝ ਗਏ ਨਾ, ਪਤਾ ਉਦਣ ਲੱਗਣਾ ਸਾਨੂੰ ਵੀ ਇਹ ਜਿਹੜੇ ਸੰਤ ਬਣੇ ਨੇ ਗੁਰੂ ਦੇ ਵਿਰੋਧੀ ਨੇ, ਸਾਰੇ ਗੁਰੂ ਦੇ ਸ਼ਰੀਕ ਨੇ। ਗੁਰਬਾਣੀ ਦੇ ਵਿੱਚ ਗੁਰੂ ਸਾਧੂ ਦੀ ਗੱਲ ਹੋਈ ਹੈ, ਗੁਰੂ ਸੰਤ ਦੀ ਗੱਲ ਹੋਈ ਹੈ। ਜਿੰਨੇ ਬਾਹਰ ਬਣੇ ਬੈਠੇ ਨੇ ਇਹਨਾਂ ਦੀ ਗੱਲ ਨਹੀਂ ਹੋਈ। ਜਿਨ੍ਹਾਂ ਨੂੰ ਬਾਬੇ ਨੇ ਦੂਰੋਂ ਕਹਿ ਦਿੱਤਾ ਸੀ ਵੀ ਬਨਾਰਸ ਦੇ ਠੱਗ ਨੇ, ਇਹ ਆਪਣੇ ਆਪ ਨੂੰ ਸੰਤ ਖਵਾਉਣ ਵਾਲੇ, ਅਸੀਂ ਉਹਨਾਂ ਨੂੰ ਸਿਰ 'ਤੇ ਵਾ ਲਿਆ। ਫਲਾਣੇ ਥਾਂ ਵਾਲੇ ਸੰਤ, ਫਲਾਣੇ ਥਾਂ ਵਾਲੇ ਸੰਤ, ਬੜੇ ਸੰਤ ਬਣ ਕੇ ਬੈਠ ਗਏ, ਬੜੇ ਬਾਬੇ ਸਾਧੂ ਬਣ ਗਏ। ਇੱਥੇ ਭਾਈ ਭਾਈ ਜ਼ਰੂਰ ਹੋ ਜਾਂਦਾ ਹੈ, ਕੋਈ ਤੀਜੀ ਧਿਰ ਨਹੀਂ ਹੈ ਇੱਥੇ। ਤੇ ਗੁਰੂ ਕੀ ਸੰਗਤ ਆ, ਇੱਥੇ ਕੋਈ ਤੀਜੀ ਧਿਰ ਨਹੀਂ ਹੈ ਗੁਰਦੁਆਰੇ ਦੇ ਵਿੱਚ, ਕਦੇ ਵੀ ਨਹੀਂ ਹੈ। ਗੁਰਦੁਆਰੇ ਦੇ ਵਿੱਚ ਤੀਜੀ ਧਿਰ ਕੋਈ ਨਹੀਂ ਹੈ। ਤੇ ਇਸੇ ਤਰ੍ਹਾਂ ਜਦੋਂ ਪਾਵਨ ਗੁਰਬਾਣੀ ਨੂੰ ਸਮਝਾਂਗੇ ਤਾਂ ਸਾਰਾ ਨਿਰਣਾ ਗੁਰੂ 'ਤੇ ਹੋਵੇਗਾ ਵੀ ਗੁਰੂ ਹੀ ਸਾਡੇ ਲਈ ਸਭ ਕੁਛ ਹੈ। ਕਦੇ ਮੰਨ ਕੇ ਤਾਂ ਵੇਖੋ ਗੁਰੂ ਨੂੰ ਸੰਤ, ਗੁਰੂ ਨੂੰ ਸਾਧੂ ਮੰਨ ਕੇ ਤਾਂ ਵੇਖੋ, ਗੁਰਬਾਣੀ ਨੂੰ ਮੰਨ ਕੇ ਤਾਂ ਵੇਖੋ ਸਾਡੇ ਲਈ ਸਭ ਤੋਂ ਵੱਡੇ ਸੰਤ ਕੌਣ ਨੇ। 35 ਮਹਾਂਪੁਰਖ ਸਾਡੇ ਕੋਲ ਗੁਰਬਾਣੀ। ਕਦੇ ਬਾਬਾ ਕਬੀਰ ਸਾਹਿਬ ਨੂੰ ਕਹਿ ਕੇ ਵੇਖਿਆ ਸੰਤ? ਭਗਤ ਰਵਿਦਾਸ ਸਾਹਿਬ ਨੂੰ ਸੰਤ ਕਹੋਗੇ ਕਦੇ? ਜ਼ੁਬਾਨ ਫਿਸਲ ਜਾਂਦੀ ਹੈ ਸਾਡੀ, ਕਹਿ ਕੇ ਤਾਂ ਵੇਖੋ, ਮੰਨਦੇ ਹੀ ਨਹੀਂ। ਅੱਜ ਜਿੰਨੇ ਸਾਧੜੇ ਬਣੇ ਹੋਏ, ਪਤਾ ਨਹੀਂ ਕਿਹੜੇ ਕਿਹੜੇ ਨੂੰ ਅਗਲਾ ਸੰਤ। ਇੱਥੇ ਜੰਮਦੇ ਬੱਚੇ ਸੰਤ ਬਣੇ ਬੈਠੇ ਨੇ, ਛੋਟੀ ਛੋਟੀ ਉਮਰ ਦੇ ਸੰਤ, ਫਲਾਣੇ ਵਾਲੇ ਸੰਤ, ਫਲਾਣੇ ਵਾਲੇ ਸੰਤ।
बहुत कुछ है। हुण गुरबाणी कह रही है भी संतन बिन अवर ना दाता, भी हुण इत्थे तां लड़ाई पै जानी भी किहड़े संत की गल हो रही है। इट पुट्टो संत निकल आउंदा है थल्ले, किहड़े संत की गल हो रही है फिर इत्थे हुण भी संत तो बिना कोई नाम दे नहीं सकदा। हुण साडी लड़ाई पै जानी भी साडे वाला संत महान है, साडे वाला संत महान है। दुविधा खड़ी हो गई, इहदा फिर निपटारा करना पैना है ना, निपटारा करना पैना सानू। ते आपां पावन बचन पहलां पढ़े भी सतगुर संत मिलै शांत। गुरु संत नूं जिद्दन मिलोगे ना शांति उदन आउणी है, अंदर नाम उदन वसना। इसलिए सुरत दे विच गुरु संत टका लईए। संत गुरु दा सिर्फ पावन बचन, बाकी जिन्ने भी आपो बने संत ने ना सारिਆਂ दे भोग पै जाणगे। असीं साध सुरत च बहा लए, संत बहा लए अखौती, ते गुरु तां मुनकर ही हो गया साडी सुरत दे विचों। अगलियां ने जिन्ने इत्थे बने ना सारी गुरबाणी दे उल्ट विचारधारा पैदा की, सारियां ने निर्णय करके वेख लियो गुरबाणी मुताबक किहड़ा बाबा संत चलदा है, कोई भी नहीं है, सिर्फ गुरु संत है साडे लई। ये मन्नी रखियो। संतन बिन अवर ना दाता बिया, जो जो शरण परै साधु की सो पार ग्रामी कीया। जोड़ा भी इस संत गुरु दे ਜਾਂ साधु गुरु की शरण पैंदे, हुण पहली पंक्ति विच संत कहा तो उस दूजी पंक्ति विच उसे नूं साधु कह दिता। ये लिखण शैली है सतगुर दी, शब्दावली है गुरबाणी दी, पर गल इको गुरु की हो रही है। जो जो शरण परै साधु की, ਜਿਹੜਾ भी साधु की शरण पैंदा है सुपार ग्रामी की है। हुण जे आपां बाहरले साधां की गल कर लईए तो मतलब गुरबाणी की तो लोड़ ही नहीं, सानूं साधां की शरण पै जी तो पारग्रामी हो जाना, इसे भवसागर तो पार लंघ जाना। नहीं, गुरु साधु की शरण आउणा पैना है। जो जो शरण परै साधु की सो पारग्रामी की रहाओ। तो हुण पढ़ियो पावन बचन, कहंदे तन संतन का, धन संतन का, मन संतन का किया। वो जिहड़ा जिहदे बिना दूजा कोई है ही नहीं है ना, गुरु तो बिना, उस परमात्मा तो बिना जिहड़ा कोई दूजा है ही नहीं है, उहदे नाल जुड़ जा, आपदा तन, अपना मन, अपना धन उहनूं अर्पण कर दे, सारा कुछ वो तो वार दे, वो तो वारना पैना, उहदा ही हो जा, उहदे बिना दूजा कोई नहीं है। छड्ड दे ओटां होर जाणियां किते भी, सब कुछ छड्ड दे, पार उतारा फिर तां होना है तेरा। क्योंकि दुविधा विच भी पार उतारा नहीं ना हो सकदा हुंदा, भी कदे भी तन तां गुरद्वारे फिरदा होवे ते मन किते होर दा ही फिरदा होवे, दर ते किसे दी ओट ही, किसे होर दी ओट लैके तुरिया फिरदा होवे, कदे नहीं ना पार उतारा हो सकदा हुंदा, कदे भी नहीं। मन भी देना पैना, तन भी देना पैना, इत्थे तन करके सेवा करते, मन करके भी सेवा कर, ते मन करके सेवा करने का मतलब होंदा गुरु के बचन मन दे नाल मन। तन संतन का, धन संतन का, मन संतन का किया। ते अगे गुरुदेव जी कहते संत प्रसाद हरनाम ते आया। प्रसाद का मतलब होंदा किरपा, संत की किरपा दे नाल हरि का नाम ते आया। होया कि सर्ब कुशल तब थिया, कहते तदों सारे आत्मक सुख मिल पाए जदों संत की किरपा दे नाल नाम नूं आराधिया। गुरु संत की किरपा दे नाल, गुरु संत वो नहीं ਜਿਹੜੇ अपने आप को अखौती संत अखवा रहे ने, गुरु संत वो हर के संत ना आखिए बनारस के ठग ने। हो आ निशानियां समझ लियो, क्योंकि अजकल बहुते अखौती ਜਿਹੜੇ साध ने संत ने उन्हां ਦੀਆਂ निशानियां ये ने, गल विच माला, हत्थ च माला, गड्डी च माला, दस्तार ते माला, हत्थ च लोटे, नाल गड़वईए चुक्की तुरे फिरदे ने, माला फड़ियां हुई ने, लोटे हत्थां च फड़े हुए ने, खूंडियां फड़ियां हुई ने। तो इत्थों तक साध जो मर भी जाता, बाद दे विच भी निशानियां इत्थे रखी तुरे फिरदे ने, भी इत्थे आ फलाने बाबा जी की आ चीज़ है, आ चीज़, आ खूंडी पई आ, गड्डी पई आ, बाबा जी दे जोड़े पए ने, चप्पलां पईयां ने, बड़ा कुछ साम के लोग मत्थे टेकते हैं। दिवाला निकलिया पै सुरत का। गुरु ग्रंथ साहब नालों वध लोग साधड़ियां नूं महानता दिंदे ने, उन्हां दीयां पुराणियां निशानियां आने आने आने
ਇਹ ਸਿੱਖੀ ਦੇ ਵਿੱਚ ਜ਼ਹਿਰ ਆ ਬਹੁਤ ਵੱਡਾ। ਜਿੱਦਣ ਸਮਝ ਆ ਗਈ ਨਾ ਸਾਰੀ ਖੇਲ ਸਮਝ ਆ ਜਾਣੀ ਹੈ ਵੀ ਗੁਰਬਾਣੀ ਦੇ ਉਲਟ ਵਿਚਾਰਧਾਰਾ ਖੜੀ ਕੀਤੀ ਅਗਲਿਆਂ ਨੇ ਸਾਡੇ ਵਿੱਚ। ਜਿੰਨੇ ਵੀ ਨੇ ਕੋਈ ਨਹੀਂ ਬਖਸ਼ਿਆ ਜਾਂਦਾ ਇੱਥੇ, ਸਾਰੇ ਗੁਰੂ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ। ਜਿੰਨੀ ਵੀ ਤੁਸੀਂ ਕਮਾਈ ਵੇਖੋਗੇ ਨਾ ਤੁਹਾਨੂੰ ਲੱਗਦਾ ਵੀ ਉਹ ਬਾਬਿਆਂ ਦੀ ਤਾਂ ਬੜੀ ਕਮਾਈ ਸੀ, ਬੜਾ ਟਾਈਮ ਤਪ ਕਰਦੇ ਰਹੇ, ਭੋਰੇ ਵਿੱਚ ਬਹਿੰਦੇ ਰਹੇ, ਨਾਮ ਜਪਦੇ ਰਹੇ। ਨਾ ਤਾਂ ਉਹ ਤਪ ਗੁਰਮਤਿ ਦੇ ਅਨੁਸਾਰ ਆ ਅਤੇ ਨਾਮ ਉਹ ਜਪਣਾ ਵੀ ਗੁਰਮਤਿ ਦੇ ਅਨੁਸਾਰ ਨਹੀਂ ਹੈ। ਇੱਥੇ ਤਾਂ ਨਾਮ ਦੀ ਵਿਆਖਿਆ ਵੀ ਹੋਰ ਸੀ, ਤਪ ਦੀ ਵਿਆਖਿਆ ਵੀ ਹੋਰ ਸੀ, ਭਗਤੀ ਦੀ ਵਿਆਖਿਆ ਵੀ ਕੁਝ ਹੋਰ ਸੀ। ਜੇ ਇਹੋ ਜਿਹੇ ਤਪ ਜਿਹੜੇ ਅੱਜ ਵਾਲੇ ਕਰਦੇ ਨੇ, ਇਹੋ ਜਿਹੇ ਕਿਤੇ ਬਾਬੇ ਨਾਨਕ ਨੇ ਕੀਤੇ ਹੁੰਦੇ ਨਾ, ਫਿਰ ਉਹਨੂੰ ਬਾਹਰ ਨਿਕਲਣ ਦੀ ਲੋੜ ਨਹੀਂ ਸੀ। ਘਰੇ ਬੈਠਾ ਭੋਰਾ ਪੱਟ ਕੇ ਬਹਿ ਜਾਂਦਾ, ਉੱਥੇ ਅੱਜ ਨੂੰ ਡੇਰਾ ਵੱਡਾ ਸਾਰਾ ਬਣ ਜਾਣਾ ਸੀ, ਲੋੜ ਹੀ ਨਹੀਂ ਸੀ। ਪਰ ਅਸਲੀ ਨਾਮ, ਅਸਲੀ ਵਿਆਖਿਆ ਸਤਿਗੁਰੂ ਨੇ ਸਾਨੂੰ ਦਿੱਤੀ ਵੀ ਕੰਮ ਕਰੇ ਤੋਂ ਬਿਨਾਂ ਕਦੇ ਵੀ ਬਦਲਾਵ ਨਹੀਂ ਆਉਂਦੇ ਹੁੰਦੇ। ਸੱਚ ਬੋਲਣ ਤੋਂ ਬਿਨਾਂ ਕਦੇ ਵੀ ਬਦਲਾਵ ਨਹੀਂ ਆਉਂਦੇ ਹੁੰਦੇ। ਸੱਚ ਬੋਲਣ ਵਾਲਾ ਅਸਲ ਭਗਤ ਹੁੰਦਾ ਹੈ। ਸੱਚ ਦੀ ਵਿਆਖਿਆ ਕਰਨ ਵਾਲਾ ਅਸਲ ਭਗਤ ਆ। ਉਹ ਸਮਝਣੇ ਪੈਣੇ ਨੇ ਸਾਨੂੰ, ਕਿਉਂਕਿ ਸਾਦਾ ਨੇ ਤਾਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹੋ ਤੁਸੀਂ, ਬਹੁਤੀ ਵਾਰ ਸਾਡੇ ਸੁਰਤ ਵਿੱਚ ਪਤਾ ਕਿਉਂ ਟਿਕੀ ਹੁੰਦੀ ਹੈ ਵੀ ਉਹਦੇ 'ਚ ਸੰਤ ਲਫ਼ਜ਼ ਬਹੁਤ ਆਉਂਦੇ ਨੇ, ਬ੍ਰਹਮ ਗਿਆਨੀ ਬਹੁਤ ਆਉਂਦਾ ਹੈ। ਬਹੁਤ ਤਾਤ ਡੇਰਿਆਂ ਦੇ ਵਿੱਚ ਇਹ ਜ਼ਿਆਦਾ ਹੁੰਦੀ ਹੈ। ਸਾਡੇ ਵਿੱਚ ਪ੍ਰਚਲਿਤ ਤਾਂ ਕੀਤੀ ਕਿ ਵੀ ਕਰੋ, ਕਰਨੀ ਮਾੜੀ ਨਹੀਂ ਹੈ। ਸੁਖਮਨੀ ਸਾਹਿਬ ਦਾ ਪਾਠ ਕਰਨਾ ਮਾੜਾ ਨਹੀਂ ਹੈ, ਕੋਈ ਮਰਜ਼ੀ ਗੁਰਬਾਣੀ ਪੜ੍ਹੋ। ਪਰ ਬਹੁਤੀ ਵਾਰ ਮਨਸ਼ਾ ਅਸੀਂ ਸਾਧਾਂ ਦੀ ਧਾਰ ਕੇ ਕਰਦੇ ਹਾਂ ਵੀ ਜੋ ਵੀ ਸੰਤ ਦੀ ਸ਼ਰਨ ਪੈਂਦਾ ਉਧਰ ਜਾਂਦਾ ਹੈ, ਜਿਹੜਾ ਸੰਤ ਦੇ ਚਰਨੀ ਲੱਗਦਾ। ਉਹਨਾਂ ਸਾਧਾਂ ਦੀ ਗੱਲ ਨਹੀਂ ਹੋ ਰਹੀ, ਉਹਨਾਂ ਸੰਤਾਂ ਦੀ ਗੱਲ ਨਹੀਂ ਹੋ ਰਹੀ, ਕਦੇ ਵੀ ਨਹੀਂ। ਬਹੁਤ ਵਾਰ ਮਾਤਾਵਾਂ ਭੈਣਾਂ ਉਹਨਾਂ ਸਾਧਾਂ ਨੂੰ ਸੁਰਤ ਵਿੱਚ ਰੱਖ ਕੇ ਵਿਆਖਿਆ ਕਰਦੀਆਂ ਨੇ ਦੀ ਸਾਧਾਂ ਦੀ। ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਨਹਾਰ, ਸੰਤ ਕੀ ਨਿੰਦਾ ਨਾਨਕਾ। ਬਹੁਤ ਤੇ ਵੀ ਤੁਸੀਂ ਸੰਤਾਂ ਦੀ ਨਿੰਦਾ ਕਰੋਗੇ ਤਾਂ ਜਨਮ ਮਰਨ 'ਚ ਪੈ ਜਾਓਗੇ। ਕਰਾਂਗੇ ਉਹਨਾਂ ਸੰਤਾਂ, ਖੌਤੀ ਸੰਤਾਂ ਬਾਰੇ ਜ਼ਰੂਰ ਬੋਲਾਂਗੇ, ਪੈ ਜਾਈਏ ਜਨਮ 'ਚ ਸਾਨੂੰ ਡਰ ਨਹੀਂ ਹੈ। ਗੱਲ ਹੀ ਨਹੀਂ ਜਦੋਂ ਉਹਨਾਂ ਦੀ ਹੋ ਰਹੀ। ਗੁਰੂ ਸੰਤ ਅਸੀਂ ਸੁਰਤ 'ਚੋਂ ਬੁਲਾ ਦਿੱਤਾ, ਸਾਧੜੇ ਬਾਬੇ ਸਾਡੀ ਸੁਰਤ ਵਿੱਚ ਬਹਿ ਗਏ। ਜਿਵੇਂ ਅਗਲਿਆਂ ਨੇ ਕਰਾਇਆ ਉਵੇਂ ਕਰੀ ਗਏ ਅਸੀਂ। ਸਾਧਾਂ ਦੇ ਡੇਰਿਆਂ ਦੇ ਵਿੱਚ ਸੁਖਮਨੀ ਸਾਹਿਬ ਕਿਉਂ ਹੁੰਦੀ ਆ, ਆਸਾ ਦੀ ਵਾਰ ਕਿਉਂ ਨਹੀਂ ਹੁੰਦੀ? ਫਿਰ ਹੋਰ ਵੀ ਤਾਂ ਹੋਣੀ ਚਾਹੀਦੀ ਨੇ ਨਾ ਉੱਥੇ। ਸੁਖਮਨੀ ਸਾਹਿਬ ਹੋਰ ਵੀ ਤਾਂ ਬਾਣੀ ਪੜ੍ਹੀ ਜਾਣੀ ਚਾਹੀਦੀ ਸੀ। ਸੁਖਮਨੀ ਆਸਾ ਦੀ ਵਾਰ ਕਿਉਂ ਨਹੀਂ ਕਰਦੇ? ਪਤਾ ਹੈ ਉਹਨਾਂ ਨੂੰ ਵੀ ਜਿੱਦਣ ਆਸਾ ਦੀ ਵਾਰ ਹੋਣ ਲੱਗ ਪਈ ਸਾਡੇ ਭੇਦ ਖੁੱਲ੍ਹਣੇ ਸ਼ੁਰੂ ਹੋ ਜਾਣੇ ਨੇ। ਇਹੋ ਜਿਹੇ ਅਖੌਤੀ ਬੰਦਿਆਂ 'ਤੇ ਗੁਰੂ ਨਾਨਕ ਸਾਹਿਬ ਨੇ ਭਿਉਂ ਭਿਉਂ ਕੇ ਛਿੱਤਰ ਮਾਰੇ ਨੇ। ਆਸਾ ਦੀ ਵਾਰ ਕਦੇ ਪੜ੍ਹ ਕੇ ਵੇਖੋ ਵੀ, ਪਤਾ ਲੱਗ ਜਾਣਾ ਵਿਆਖਿਆ ਕੀ ਹੈ। ਕਿਉਂ ਨਹੀਂ ਸੁਣਦੇ ਹੋ? ਤਾਂ ਹੀ ਹੈ ਵੀ ਸੁਖਮਨੀ ਸਾਹਿਬ ਪੜ੍ਹੋ, ਉਲਝਾਈ ਰੱਖੋ ਇਹਨਾਂ ਨੂੰ। ਪਰ ਵਿਆਖਿਆ ਜਦੋਂ ਸੁਖਮਨੀ ਸਾਹਿਬ ਦੀ ਵੀ ਸਹੀ ਪਤਾ ਲੱਗ ਗਈ ਨਾ, ਉਦੋਂ ਪਤਾ ਲੱਗ ਜਾਣਾ ਵੀ ਤਾਂ ਕਹਾਣੀ ਕੁਛ ਹੋਰ ਸੀ। ਆਹ ਮਨਸ਼ਾ ਧਾਰਨ ਕਰਕੇ ਕਦੇ ਨਾ ਪੜ੍ਹਿਓ ਵੀ ਇਹਨੂੰ ਪੜ੍ਹ ਕੇ ਸੁੱਖ ਮਿਲਣਾ, ਸਿਰਫ ਨਾ। ਸਾਰੀ ਬਾਣੀ ਸੁੱਖ ਦਿੰਦੀ ਹੈ, ਸਾਰੀ ਬਾਣੀ, ਸਾਰੀ ਬਾਣੀ ਸੁੱਖ ਦਿੰਦੀ ਹੈ। ਹਾਂ ਠੀਕ ਹੈ, ਪ੍ਰਚਲਿਤ ਹੋ ਗਈ, ਸੁਖਮਨੀ ਸਾਹਿਬ ਪੜ੍ਹਨਾ ਆ ਗਿਆ, ਮੁਬਾਰਕ ਆ। ਅਗਲੀ ਬਾਣੀ ਵੇਖ ਲਓ, ਕਦੇ ਆਸਾ ਦੀ ਵਾਰ ਨੂੰ ਵੇਖ ਲਓ, ਜਪਜੀ ਸਾਹਿਬ ਦਾ ਪਾਠ ਕਰ ਲਓ, ਹੋਰ ਬੜੀਆਂ ਬਾਣੀਆਂ ਜਿਹੜੀਆਂ ਨਾਮ ਹੇਠ ਨੇ ਬੜੀਆਂ ਪੜ੍ਹ ਲਓ। ਗੁਰਬਾਣੀ ਦੇ ਵਿੱਚ ਬੜਾ ਕੁਛ ਆ, ਲਾਵਾਂ ਪਈਆਂ ਨੇ, ਘੋੜੀਆਂ ਪਈਆਂ ਨੇ, ਅਲਾਹਣੀਆਂ ਪਈਆਂ ਨੇ, ਪੜ੍ਹ ਕੇ ਵੇਖ ਲਓ। ਉਹ ਵੀ ਤਾਂ ਹੋਣੀਆਂ ਚਾਹੀਦੀਆਂ ਨੇ। ਬਾਣੀ ਤਾਂ ਸਾਰੀ ਸੁੱਖ ਦੇਣ ਵਾਲੀ ਹੈ। ਇਕੱਲਾ ਇੱਦਾਂ ਬਣਾ ਦਿੱਤਾ ਸੁੱਖਾਂ ਦਾ ਖਜ਼ਾਨਾ ਸੁਖਮਨੀ ਸਾਹਿਬ ਨਹੀਂ, ਉਹ ਸਿਰਫ ਸੁਖਮਨੀ ਸਿਰਲੇਖ ਆ ਬਾਣੀ ਦਾ। ਬਾਣੀ ਤਾਂ ਉਹੀ ਹੈ, ਸਾਰੀ ਇੱਕੋ ਜਿਹੀ ਹੈ। ਪਰ ਅਸੀਂ ਸਾਡੇ ਜਦੋਂ ਦੁਬਿਧਾ ਪੈ ਗਈ ਨਾ, ਅਸੀਂ ਬਾਣੀਆਂ ਅਲੱਗ ਅਲੱਗ ਕਰ ਦਿੱਤੀਆਂ। ਆਹ ਪੜ੍ਹਿਆ ਤਾਂ ਆਹ ਸੁੱਖ ਮਿਲ। ਤੁਸੀਂ ਹੋਰ ਵੀ ਵੇਖਿਆ ਹੋਣਾ, ਸਵੇਰੇ ਸਵੇਰੇ ਲੱਗ ਜਾਂਦੇ ਨੇ, ਫੋਨਾਂ 'ਤੇ ਵੀ ਆਉਂਦੇ ਨੇ, ਜੇ ਅੱਜ ਆਹ ਸ਼ਬਦ ਪੜ੍ਹ ਲਏ ਸਾਰਾ ਦਿਨ ਸੁੱਖਾਂ ਦੇ ਨਾਲ ਲੰਘੇਗਾ, ਇਹਦਾ ਕੀਰਤਨ ਘਰੇ ਚਲਾ ਲਓ ਸੁੱਖ ਮਿਲਣੇ ਨੇ। ਬਾਕੀ ਬਾਣੀ ਦੁੱਖ ਦਿੰਦੀ ਹੈ ਕਿਤੇ। ਦੁੱਖ ਭੰਜਨੀ ਗੁੱਟ ਕੇ ਬਣਾ ਦਿੱਤੇ, ਟਾਵੇਂ ਟਾਵੇਂ ਜੇ ਸ਼ਬਦ ਕੱਢ ਕੇ ਨਾ ਉਹਦੇ 'ਚ ਰੱਖ ਦਿੱਤੇ, ਆਹ ਸ਼ਬਦ ਪੜ੍ਹੋਗੇ ਤਾਂ ਸੁੱਖ ਮਿਲਣ ਜਾਣਾ, ਫਲਾਣੀ ਦਾਤ ਲੈਣ ਦੇ ਲਈ ਆਹ ਸ਼ਬਦ ਪੜ੍ਹੋ, ਪੁੱਤ ਦੀ ਦਾਤ ਲੈਣ ਲਈ ਆਹ ਸ਼ਬਦ ਪੜ੍ਹੋ, ਬੜਾ ਕੁਛ ਕਰ ਦਿੱਤਾ। ਗੁਰਬਾਣੀ ਵੀ ਵੰਡ ਦਿੱਤੀ, ਅਲੱਗ ਅਲੱਗ ਸ਼ਬਦ ਵੰਡ ਦਿੱਤੇ। ਬਾਣੀ ਸਾਰੀ ਇੱਕੋ ਜਿਹੀ ਹੈ।
ਇਹ ਕੰਮ ਕੀਤੇ ਨੇ ਸਾਧਾਂ ਨੇ, ਸਾਧ ਕੰਮ ਕਰਦੇ ਨੇ ਉਹ ਜੀ, ਜ਼ਹਿਰ ਉਹ ਫੈਲਾਉਂਦੇ ਨੇ ਸਾਡੇ 'ਚ। ਪਰ ਜਿੱਦਣ ਗੁਰਬਾਣੀ ਦੀ ਵਿਆਖਿਆ ਲੈਣ ਲੱਗ ਪਏ ਨਾ, ਤੁਹਾਨੂੰ ਨਿਤਨੇਮ ਦਾ ਵੀ ਪਤਾ ਲੱਗ ਜਾਣਾ ਵੀ ਅਸੀਂ ਨਿਤਨੇਮ ਕਰਨਾ ਕਿੰਨਾ ਕੁ ਹੈ, ਬਾਣੀ ਦਾ ਵੀ ਪਤਾ ਲੱਗ ਜਾਣਾ ਵੀ ਬਾਣੀ ਪੜ੍ਹਨੀ ਕਿਹੜੀ ਹੈ। ਪੜ੍ਹਦਿਆਂ ਬਾਣੀ ਦੇ ਵਿੱਚ ਕੋਈ ਸੰਪਟ ਲਾਉਣ ਲੱਗ ਪਿਆ, ਕੋਈ ਤੁਕ ਸੰਪਟ ਲਾਉਣ ਲੱਗ ਗਿਆ, ਕੋਈ ਕਿਵੇਂ ਕਰਨ ਲੱਗ ਗਿਆ, ਕੋਈ ਕਿਵੇਂ। ਬਾਣੀ ਦੀ ਮਰਿਆਦਾ ਵਿਗਾੜ ਦਿੱਤੀ ਅਗਲਿਆਂ ਨੇ, ਬਦਲ ਦਿੱਤਾ। ਉਹ ਸਾਧਾਂ ਦੇ ਕੰਮ ਨੇ। ਹੁਣ ਆਸਾ ਦੀ ਵਾਰ ਜਦੋਂ ਪੜ੍ਹਦੇ ਹੋ, ਕਦੇ ਨਰੋਲ ਪੜ੍ਹ ਕੇ ਵੇਖਿਓ, ਉਹਨੂੰ ਸਲੋਕਾਂ ਦੇ ਨਾਲ ਪੌੜੀਆਂ ਪੜ੍ਹ ਕੇ ਵੇਖੋ ਵੀ ਪਤਾ ਕੀ ਲੱਗਦਾ, ਕੀ ਕੁਛ ਹੁੰਦੀ ਹੈ ਵਿਆਖਿਆ ਉਹਦੀ। ਪਰ ਉਹ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਪਸੰਦ ਨਹੀਂ ਨਾ, ਵਿਚਾਰਧਾਰਾ ਹੀ ਵਿਗਾੜ ਦਿੱਤੀ, ਲਾ ਕੇ ਵਿੱਚ ਸ਼ੰਤ ਹਰੇਕ ਸ਼ਬਦ, ਉਹਦੀ ਜਿਹੜੀ ਮਰਿਆਦਾ ਸੀ ਨਾ, ਉਹਦੀ ਰੂਪ ਰੇਖਾ ਸੀ, ਸਾਰੀ ਆਸਾ ਦੀ ਵਾਰ ਦੀ ਵਿਗਾੜ ਦਿੱਤੀ। ਜਿਹੜੇ ਵੀਰ ਭੈਣਾਂ ਸਹਿਜ ਪਾਠ ਕਰਦੇ ਉਹਨਾਂ ਨੂੰ ਪਤਾ ਹੈ ਵੀ ਆਸਾ ਦੀ ਵਾਰ ਜਦੋਂ ਗੁਰੂ ਗ੍ਰੰਥ ਸਾਹਿਬ 'ਚ ਪੜ੍ਹਦੇ ਆ, ਵਿੱਚ ਸ਼ੰਤ ਨਹੀਂ ਹੈਗੇ, ਪਹਿਲਾਂ ਸ਼ੰਤ ਨੇ, ਪਰ ਉਹ ਵਿੱਚ ਲਾ ਕੇ ਉਹਨਾਂ ਨੇ ਵਿਗਾੜ ਦਿੱਤੀ ਵੀ ਇੱਕੋ ਜਿਹੀ ਵਿਚਾਰਧਾਰਾ ਇਹਨਾਂ ਦੇ ਦਿਮਾਗ 'ਚ ਨਾ ਪੈ ਜਾਵੇ। ਵੀ ਜੇ ਇੱਕ ਲੜੀ 'ਚ ਪੜ੍ਹਨਗੇ ਸਾਰਾ ਕੁਝ ਪਤਾ ਲੱਗ ਜੂ, ਮਾੜੀ ਜਿਹੀ ਗੱਲ ਕਹਿ ਕੇ ਹੋਰ ਪਾਸੇ ਨੂੰ ਧਿਆਨ ਦੇ ਦਿਓ, ਮਾੜੀ ਜਿਹੀ ਗੱਲ ਕਹਿ ਕੇ ਹੋਰ ਪਾਸੇ ਧਿਆਨ ਦੇ ਦਿਓ, ਇਹਨਾਂ ਦੇ ਪੱਲੇ ਕੁਛ ਨਹੀਂ ਪੈ ਸਕਦਾ। ਉਲਝਾ ਦਿੱਤਾ ਅਗਲਿਆਂ ਨੇ। ਕਈ ਵੀਰ ਕਰਦੇ ਨੇ ਬਾਣ ਕੋਈ ਪੜ੍ਹੀ ਜਾਂਦੀ ਆ, ਕੋਈ ਨਾ, ਬਾਣੀ ਪੜ੍ਹਨ ਤੋਂ ਮੁਨਕਰ ਨਹੀਂ ਅਸੀਂ, ਪਰ ਗੁਰਬਾਣੀ ਦੀ ਸੰਪਾਦਨਾ 'ਤੇ ਕੋਈ ਉਂਗਲ ਚੁੱਕੇ, ਗੁਰਬਾਣੀ ਦੀ ਜਿਹੜੀ ਵਿਚਾਰਧਾਰਾ ਹੈ ਜਾਂ ਸੰਪਾਦਨਾ ਨੂੰ ਕੋਈ ਇੱਧਰ ਉੱਧਰ ਕਰੇ, ਦੁੱਖ ਉਸ ਗੱਲ ਦਾ ਵੀ ਗੁਰੂ ਅਰਜਨ ਸਾਹਿਬ ਨਾਲੋਂ ਵੱਡੇ ਤਾਂ ਨਹੀਂ ਹੋ ਗਏ। ਗੁਰੂ ਅਰਜਨ ਸਾਹਿਬ ਨੇ ਸੰਪਾਦਨਾ ਕੀਤੀ ਹੈ, ਪਬਲਿਸ਼ ਕੀਤਾ ਹੈ, ਸਾਧ ਉਹਨਾਂ ਨਾਲੋਂ ਸਿਆਣੇ ਨਹੀਂ ਹੋ ਗਏ ਵੀ ਆਪਣੇ ਮੁਤਾਬਕ ਸ਼ਬਦ ਲਾਈ ਜਾਣ ਵਿੱਚ। ਗੁਰੂ ਅਰਜਨ ਸਾਹਿਬ ਨੇ ਕਰ ਜਾਣਾ ਸੀ, ਉਹ ਜੋ ਕਰਨਾ ਸੀ ਤਾਂ ਉਹਨਾਂ ਦੀ ਸੰਪਾਦਨਾ 'ਤੇ ਉਂਗਲ ਨਹੀਂ ਚੁੱਕ ਰਹੇ ਸੀ। ਨਿਤਨੇਮ ਸਾਡਾ ਅਗਲਿਆਂ ਨੇ ਵਿਗਾੜ ਦਿੱਤਾ। ਜਿਹੜੇ ਵੀਰ ਭੈਣਾਂ ਪਾਠ ਕਰਦੇ ਨੇ, 14 ਤੋਂ ਸ਼੍ਰੀ ਰਾਗ ਸ਼ੁਰੂ ਹੁੰਦਾ, ਉਦੋਂ ਪਹਿਲਾਂ ਨਿਤਨੇਮ ਹੀ ਦਿੱਤਾ। ਦੇਖ ਲਿਓ ਵੀ ਸੋਦਰ ਸ਼ੁਰੂ ਕਿੱਥੋਂ ਹੁੰਦਾ ਹੈ। ਸੋਦਰ ਤੇਰਾ ਕਿਹਾ ਸੋ ਕਰ ਕਿਹਾ ਤੋਂ ਸ਼ੁਰੂ ਹੁੰਦਾ ਹੈ, ਪਰ ਸਾਧ ਬਾਬਿਆਂ ਨੇ ਪਤਾ ਨਹੀਂ ਕਿੰਨੇ ਕੁ ਸ਼ਬਦ ਅੱਗੇ ਲਾ ਕੇ ਵਿਗਾੜ ਦਿੱਤਾ, ਕਿੰਨੇ ਕੁ ਪਿੱਛੇ ਲਾ ਦਿੱਤੇ। ਗੁਰਬਾਣੀ ਦੀ ਸੰਪਾਦਨਾ ਨੂੰ ਗਲਤ ਕੀਤਾ, ਇੱਧਰ ਉੱਧਰ ਧਿਆਨ ਦਿਵਾਇਆ ਸਾਡਾ। ਇਸ ਲਈ ਗੁਰਬਾਣੀ ਦੇ ਅਧੀਨ ਹੋਈਏ, ਗੁਰਬਾਣੀ ਦੀ ਅਗਵਾਈ ਲਈਏ, ਗੁਰੂ ਦੀ ਅਗਵਾਈ ਲਈਏ। ਤਾਂ ਸਤਿਗੁਰੂ ਜਿਹੜੀ ਗੱਲ ਆਖ ਰਹੇ ਨੇ, ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ, ਜਿਹੜਾ ਇੱਕੋ ਇੱਕ ਸੰਤ ਹੈ ਉਹਦਾ ਹੋ ਜਾ। ਸੰਤ ਪ੍ਰਸਾਦ ਹਰ ਨਾਮ ਤੇ ਆਇਆ, ਸਰਬ ਕੁਸ਼ਲ ਤਬ ਥੀਆ। ਤੇ ਅੱਗੇ ਗੁਰਦੇਵ ਜੀ ਗੱਲ ਆਖਦੇ ਨੇ, ਕੋਟ ਅਪਰਾਧ ਮਿਟੈ ਜਨ ਸੇਵਾ। ਪਰਮਾਤਮਾ ਦਾ ਜਿਹੜਾ ਜਾਣਿਆ, ਪਰਮਾਤਮਾ ਦਾ ਸੇਵਕ ਆ ਜਿਹੜਾ, ਉਹਦੀ ਸੇਵਾ ਕਰਕੇ ਕੋਟ ਅਪਰਾਧ ਮਿਟ ਜਾਂਦੇ ਨੇ, ਦੁੱਖ ਦੂਰ ਹੋ ਜਾਂਦੇ ਨੇ। ਹੁਣ ਆਪਾਂ ਨੂੰ ਸਮਝਣਾ ਪੈਣਾ ਵੀ ਹਰੀ ਦਾ ਜਨ ਕੌਣ ਹੈ, ਸੇਵਕ ਕੌਣ ਹੈ। ਹਰ ਕੇ ਜਨ ਸਤਿਗੁਰ ਸਤਿਪੁਰਖ। ਵਿਆਖਿਆ ਸਿੰਪਲ ਹੈ, ਹਰੀ ਪਰਮਾਤਮਾ ਦਾ ਸੇਵਕ ਸਤਿਗੁਰੂ ਹੈ। ਜਿੰਨਾ ਗੁਰੂ ਪਰਮਾਤਮਾ ਦੇ ਨੇੜੇ ਆ ਹੋਰ ਕੋਈ ਵੀ ਨਹੀਂ ਹੈ ਇੱਥੇ। ਬਾਕੀ ਸਾਰੇ ਅਸੀਂ ਵੀਰ ਭੈਣਾਂ ਨੇ, ਇੱਥੇ ਕੋਈ ਸੰਤ ਅਖੌਤੀ ਕੋਈ ਵੀ ਨਹੀਂ ਹੈ। ਸਿਰਫ ਤੇ ਸਿਰਫ ਆ ਗੁਰੂ ਉਸ ਪਰਮਾਤਮਾ ਦਾ ਜਾਣਿਆ, ਇਹਦੇ ਚਰਨੀ ਲੱਗਣਾ ਸੀ। ਕੋਈ ਜਨ ਹਰਸਿਓ ਦੇਵੈ ਜੋਰ, ਕੋਈ ਇਹੋ ਜਿਹਾ ਜਾਣ ਹੋਵੇ ਜਿਹੜਾ ਮੈਨੂੰ ਹਰੀ ਦੇ ਨਾਲ ਜੋੜ ਜਾਵੇ। ਫਿਰ ਇਹ ਵੀ ਤਾਂ ਪਤਾ ਹੋਣਾ ਚਾਹੀਦਾ ਵੀ ਉਹ ਜਨ ਕਿਹੜਾ, ਉਹ ਹੈ ਸਿਰਫ ਗੁਰੂ ਜਨ। ਪਰਮਾਤਮਾ ਦਾ ਸਭ ਤੋਂ ਵੱਡਾ ਸੇਵਕ, ਸਭ ਤੋਂ ਵੱਡਾ ਜਨ ਕੌਣ ਆ? ਗੁਰੂ। ਤੇ ਅਸੀਂ ਜੁੜਨਾ ਹੈ ਗੁਰੂ ਦੇ ਚਰਨੀ। ਇਸ ਸੇਵਕ ਦੇ ਜਦੋਂ ਅਸੀਂ ਚਰਨੀ ਜੁੜ ਜਾਵਾਂਗੇ ਨਾ, ਜਾਂ ਇੱਦਾਂ ਵਿਆਖਿਆ ਕਰ ਲਓ ਵੀ ਆ 35 ਮਹਾਂਪੁਰਖ ਉਸ ਪਰਮਾਤਮਾ ਦੇ ਸੇਵਕ ਹੀ ਨੇ, ਇਹਨਾਂ ਦੇ ਪੈਰੀ ਲੱਗਾਂਗੇ ਤਾਂ ਸਾਨੂੰ ਵੀ ਰੱਬ ਦਾ ਮਿਲਾਪ ਹੋ ਜਾਣਾ। ਕੋਟ ਅਪਰਾਧ ਮਿਟੈ ਜਨ ਸੇਵਾ, ਜਨ ਦੀ ਸੇਵਾ ਕਰੋ। ਤੇ ਜਨ ਸਾਡੇ ਲਈ ਗੁਰਬਾਣੀ ਹੈ, ਗੁਰਬਾਣੀ ਹੈ, 35 ਮਹਾਂਪੁਰਖ ਨੇ, ਇਹਨਾਂ ਦੀ ਸੇਵਾ ਮਤਲਬ ਇਹਨਾਂ ਦੇ ਬਚਨ ਸੁਣਨੇ, ਇਹਨਾਂ ਦੇ ਬਚਨ ਸੁਣੋ, ਕੋਟ ਅਪਰਾਧ ਦੂਰ ਹੋ ਜਾਣਗੇ। ਹਰ ਕੀਰਤਨ ਰਸ ਗਾਈਐ, ਤੇ ਕਹਿੰਦੇ ਈਹਾਂ ਸੁਖ ਆਗੈ ਮੁਖ ਉਜਲ। ਫਿਰ ਹੋਣਾ ਕੀ ਹੈ, ਇੱਥੇ ਸੁੱਖ ਮਿਲਣਾ, ਅੱਗੇ ਮੁਖ ਉਜਲਾ ਹੋ ਜਾਣਾ ਹੈ। ਜਨ ਕਾ ਸੰਗ ਵਡਭਾਗੀ ਪਾਈਐ, ਵੱਡੇ ਭਾਗਾਂ ਦੇ ਨਾਲ ਜਨ ਦਾ ਸੰਗ ਮਿਲਣਾ ਹੈ। ਕਹਿੰਦੇ ਰਸਨਾ ਏਕ ਅਨੇਕ ਗੁਣ ਪੂਰਨ, ਜਨ ਕੀ ਕੇਤਕ ਉਪਮਾ ਕਹੀਐ। ਕਹਿੰਦੇ ਰਸਨਾ ਇੱਕ ਹੈ, ਪਰ ਗੁਰੂ ਦੀ ਵਿਆਖਿਆ ਕੀਤੀ ਨਹੀਂ ਜਾ ਸਕਦੀ, ਕਿਉਂਕਿ ਉਹਦੇ ਗੁਣ ਬਹੁਤ ਨੇ ਗੁਰੂ ਦੇ। ਅਗੰਮ ਅਗੋਚਰ ਸਦ ਅਵਿਨਾਸ਼ੀ, ਸ਼ਰਨ ਸੰਤਨ ਕੀ ਲਹੀ ਹੈ। ਉਹ ਜਿਹੜਾ ਪ੍ਰਮਾਤਮਾ ਹੈ ਨਾ, ਅਗੰਮ ਅਗੋਚਰ, ਗੁਰੂ ਦੀ ਸ਼ਰਨ ਵਿੱਚ ਆ ਕੇ ਮਿਲ ਸਕਦਾ ਹੈ। ਨਿਰਗੁਣ ਨੀਚ ਅਨਾਥ ਅਪਰਾਧੀ,
ਓਟ ਸੰਤਨ ਕੀ ਆਹੀ। ਅਸੀਂ ਨਿਰਗੁਣ, ਨੀਚ, ਅਨਾਥ, ਅਪਰਾਧੀ ਲੋਕ ਜਿੱਦਣ ਗੁਰੂ ਦੀ ਸ਼ਰਨ ਵਿੱਚ ਆ ਗਏ ਨਾ, ਬੂਢਤ ਮੋਗਰੇ ਅੰਧਕੂਪ ਮੈਂ ਨਾਨਕ ਲਿਹੋ ਨਿਬਾਹੀ। ਫਿਰ ਗੁਰੂ ਸਾਨੂੰ ਡੁੱਬਦਿਆਂ ਨੂੰ, ਮੋਹ ਵਿੱਚ ਫਸਿਆਂ ਨੂੰ ਰੱਖ ਲੈਂਦਾ ਹੈ, ਡੁੱਬਦਿਆਂ ਨੂੰ, ਸੰਸਾਰ ਸਮੁੰਦਰ ਵਿੱਚ ਡੁੱਬਦਿਆਂ ਨੂੰ ਬਚਾ ਲਵੇਗਾ। ਇਵੇਂ ਗੁਰਬਾਣੀ ਦੀ ਜਦੋਂ ਵਿਆਖਿਆ ਸਮਝਾਂਗੇ ਬਹੁਤ ਕੁਛ ਸਾਡੇ ਪੱਲੇ ਪੈਣਾ ਹੈ। ਸਿਰਫ ਗੁਰੂ ਨੂੰ ਸੁਰਤ ਵਿੱਚ ਟਿਕਾ ਕੇ ਵਿਆਖਿਆ ਸਮਝਿਓ, ਸਾਰੇ ਜਿਹੜੇ ਨਿਪਟਾਰੇ ਹੋ ਜਾਣੇ ਨੇ, ਸਾਰੇ ਦੁੱਖ ਕਲੇਸ਼ ਸਾਡੇ ਭਰਮ ਦੂਰ ਹੋ ਜਾਣਗੇ। ਸਤਿਗੁਰੂ ਰਹਿਮਤ ਕਰਨ। ਪਾਵਨ ਗੁਰਬਾਣੀ ਦੀ ਵਿਚਾਰ ਨੂੰ ਸਮਝਦਿਆਂ ਬੋਲਦਿਆਂ ਨੇਕਾਂ ਭੁੱਲਾਂ ਹੋਣੀਆਂ ਸੁਭਾਵਿਕ ਨੇ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ